ਹਥਿਆਰਾਂ ਨੂੰ ਲੈ ਕੇ ਪੰਜਾਬ ਸਰਕਾਰ ਦਾ ਵੱਡਾ ਫੈਸਲਾ। ਸ਼ੌਂਕੀਆ ਹਥਿਆਰ ਰੱਖਣ ਵਾਲਿਆਂ ਦੇ ਲਾਇਸੈਂਸ ਹੋਣਗੇ ਰੱਦ। ਜੀ ਹਾਂ, ਪੰਜਾਬ ਦੇ ਵਿੱਚ ਵੱਧਦੀਆਂ ਵਾਰਦਾਤਾਂ ਨੂੰ ਦੇਖਦੇ ਹੋਏ ਮਾਨ ਸਰਕਾਰ ਨੇ ਹਥਿਆਰਾਂ ਨੂੰ ਲੈ ਕੇ ਕੁਝ ਹਿਦਾਇਤਾਂ ਜਾਰੀ ਕੀਤੀਆਂ ਹਨ, ਜਿਸ ਵਿੱਚ ਹਥਿਆਰਾਂ ਦੇ ਜਨਤਕ ਪ੍ਰਦਰਸ਼ਨ ਤੇ ਸਖਤ ਮਨਾਹੀ ਹੋਵੇਗੀ। ਹਥਿਆਰਾਂ ਦੀ ਲਾਪਰਵਾਹੀ ਨਾਲ ਵਰਤੋਂ ਕਰਨਾ ਜਾਂ ਜਸ਼ਨ ਦੌਰਾਨ ਗੋਲੀਬਾਰੀ ਕਰਨਾ ਸਜ਼ਾਯੋਗ ਅਪਰਾਧ ਹੋਵੇਗਾ। ਇੰਨਾ ਹੀ ਨਹੀਂ, ਹੁਣ ਤੱਕ ਜਾਰੀ ਸਾਰੇ ਅਸਲਾ ਲਾਇਸੈਂਸਾਂ ਦੀ ਪੂਰੀ ਸਮੀਖਿਆ ਅਗਲੇ 3 ਮਹੀਨਿਆਂ ਵਿੱਚ ਹੋਵੇਗੀ। ਹਥਿਆਰਾਂ ਨੂੰ ਪ੍ਰਮੋਟ ਕਰਨ ਵਾਲੇ ਗੀਤਾਂ ਤੇ ਵੀ ਸਖਤ ਮਨਾਹੀ ਹੋਵੇਗੀ। ਹੋਰ ਕੀ ਹਿਦਾਇਤਾਂ ਦਿੱਤੀਆਂ ਗਈਆਂ ਹਨ ਪੰਜਾਬ ਸਰਕਾਰ ਵੱਲੋਂ, ਆਓ ਸੁਣਦੇ ਹਾਂ। ਉਹਦਾ ਦੇਖਣਾ ਪਏਗਾ। ਦੇਖੋ, ਇਹ ਜਿਹੜੀਆਂ ਪੰਜਾਬ ਸਰਕਾਰ ਵੱਲੋਂ ਨਵੀਆਂ ਹਦਾਇਤਾਂ ਕੁਝ ਜਾਰੀ ਕੀਤੀਆਂ ਗਈਆਂ ਨੇ, ਉਹ ਕੱਲ੍ਹ ਦਾ ਮੀਡੀਆ ਦੇ ਵਿੱਚ ਆਪਾਂ ਦੇਖਿਆ ਵੀ ਹੈ। ਇੱਕ ਤਾਂ ਉਹਦੇ ਵਿੱਚ ਇਹ ਹੈਗਾ ਕਿ ਜਿੰਨੇ ਵੀ ਆਮ ਲਾਇਸੈਂਸਿਸ ਇਸ਼ੂ ਹੋਏ ਹੁਣ ਤੱਕ, ਉਹਨਾਂ ਦਾ ਜਿਹੜਾ ਇਹ 3 ਮਹੀਨੇ ਦੇ ਅੰਦਰ ਅੰਦਰ ਸਾਰੇ ਲਾਇਸੈਂਸਿਸ ਦਾ ਇੱਕ ਵਾਰੀ ਰਿਵਿਊ ਕੀਤਾ ਜਾਵੇ। ਉਹਦੇ 'ਚ ਦੇਖਿਆ ਜਾਵੇ ਕਿ ਜੇ ਕਿਸੇ ਗਲਤ ਅਨਸਰ ਨੂੰ ਜਾਰੀ ਹੋਇਆ ਹੈ ਤਾਂ ਉਹਨੂੰ ਐਜ਼ ਪਰ ਰੂਲਸ ਜਿਹੜਾ ਉਹਨੂੰ ਸਸਪੈਂਡ ਜਾਂ ਰਿਵੋਕ ਕੀਤਾ ਜਾਵੇ। ਸੋ ਇਹਦੇ 'ਚ ਮੈਂ ਦੱਸਣਾ ਚਾਹੂੰਗਾ ਕਿ ਆਰਮਸ ਐਕਟ ਦੇ ਵਿੱਚ ਆਲਰੇਡੀ ਪ੍ਰੋਵੀਜ਼ਨਸ ਹੈਗੀਆਂ ਹੈ। ਸੈਕਸ਼ਨ 17 ਦੇ ਵਿੱਚ ਪ੍ਰੋਵੀਜ਼ਨਸ ਆ ਜਿਹਦੇ ਵਿੱਚ ਆਪਾਂ ਲਾਇਸੈਂਸ ਜਿਹੜਾ ਉਹ ਰਿਵੋਕ ਜਾਂ ਸਸਪੈਂਡ ਕਰ ਸਕਦੇ ਹਾਂ। ਉਹਦੇ ਵਿੱਚ ਕੁਝ ਕੰਡੀਸ਼ਨਸ ਦਿੱਤੀਆਂ ਹੋਈਆਂ ਹੈ। ਸੋ ਉਹ ਕੰਡੀਸ਼ਨਸ ਦੇ ਮੱਦੇਨਜ਼ਰ ਜਿਹੜੀਆਂ ਹਦਾਇਤਾਂ ਦਿੱਤੀਆਂ ਗਈਆਂ। ਇਸੇ ਤਰ੍ਹਾਂ ਹੀ ਜਿਹੜਾ ਹਥਿਆਰ ਨੇ, ਉਹਨਾਂ ਦਾ ਪਬਲਿਕ ਡਿਸਪਲੇ ਜਿਹੜਾ ਹੈ, ਜਨਤਕ ਜਿਹੜਾ ਪ੍ਰਦਰਸ਼ਨ ਆ, ਉਹਦੇ ਉੱਤੇ ਪੂਰਨ ਤੌਰ ਤੇ ਪਾਬੰਦੀ ਲਗਾਈ ਜਾਵੇ। ਸੋਸ਼ਲ ਮੀਡੀਆ ਦੇ ਉੱਤੇ ਵੀ ਲਾਗੂ ਹੋਵੇ ਜਿਹੜੀਆਂ ਹਦਾਇਤਾਂ ਨੇ। ਉਸ ਤੋਂ ਇਲਾਵਾ ਜਿਹੜੇ ਇਹੋ ਜਿਹੇ ਗੀਤ ਆ ਜਿਹੜੇ ਹਥਿਆਰਾਂ ਦੀ ਜਾਂ ਹਿੰਸਾ ਦੀ ਵਡਿਆਈ ਕਰਦੇ ਆ, ਉਹਨਾਂ ਗੀਤਾਂ ਦੇ ਉੱਤੇ ਵੀ ਪਾਬੰਦੀ ਲਾਈ ਜਾਵੇ। ਫਿਰ ਜਨਤਕ ਇਕੱਠ ਜਿੱਦਾਂ ਧਾਰਮਿਕ ਸਮਾਗਮ ਆ, ਕੋਈ ਵਿਆਹ ਪਾਰਟੀਆਂ ਨੇ, ਕੋਈ ਹੋਰ ਇਹੋ ਜਿਹੇ ਸਮਾਗਮ ਆ, ਉੱਥੇ ਵੀ ਹਥਿਆਰ ਲਿਜਾਣ ਦੇ ਉੱਤੇ ਪੂਰਨ ਤੌਰ ਤੇ ਜਿਹੜੀ ਹੈ ਪਾਬੰਦੀ ਲਗਾਉਣ ਦੀਆਂ ਹਦਾਇਤਾਂ ਦਿੱਤੀਆਂ ਗਈਆਂ। ਇਸੇ ਤਰ੍ਹਾਂ ਜਿਹੜੀ ਅਚਨਚੇਤ ਜਿਹੜੀ ਸਰਪ੍ਰਾਈਜ਼ ਚੈਕਿੰਗ ਆ, ਜਿਹੜੀ ਕਿ ਅੱਗੇ ਵੀ ਪੰਜਾਬ ਪੁਲਿਸ ਵੱਲੋਂ ਚੱਲਦੀ ਰਹਿੰਦੀ ਆ, ਉਹਨੂੰ ਹੋਰ ਜਿਹੜਾ ਅਗਰੈਸਿਵ ਕਰਨ ਦੀ ਜ਼ਰੂਰਤ ਆ। ਜਿਹੜੀਆਂ ਹਦਾਇਤਾਂ ਜਿਹੜੀਆਂ ਸਰਕਾਰ ਵੱਲੋਂ ਜਾਰੀ ਕੀਤੀਆਂ ਗਈਆਂ। ਸਿਮਿਲਰਲੀ ਜਿਹੜੀਆਂ ਹੇਟ ਸਪੀਚਿਸ ਆ, ਜਿਹਦੇ ਵਿੱਚ ਮਾਨਯੋਗ ਸੁਪਰੀਮ ਕੋਰਟ ਦੀਆਂ ਵੀ ਹਦਾਇਤਾਂ ਆਈਆਂ ਪਿੱਛੇ, ਹੇਟ ਸਪੀਚਿਸ ਦੇ ਉੱਤੇ ਵੀ ਜਿੱਥੇ ਕੋਈ ਹੇਟ ਸਪੀਚ ਦੀ ਗੱਲ ਆਉਂਦੀ ਆ, ਉੱਥੇ ਕਾਨੂੰਨ ਦੇ ਅਨੁਸਾਰ ਜੋ ਕਾਰਵਾਈ ਬਣਦੀ ਕੀਤੀ ਜਾਵੇ। ਇਹ ਜਿਹੜੀਆਂ ਹਦਾਇਤਾਂ ਵਾ, ਇਹਦੇ ਵਿੱਚ ਫਰਦਰ ਆਰਡਰ ਇਸ਼ੂ ਹੋਣਗੇ। ਜਿੱਥੇ ਰੈਵਨਿਊ ਪੁਲਿਸ ਡਿਸਟ੍ਰਿਕਟ ਨੇ, ਉੱਥੇ ਡਿਪਟੀ ਕਮਿਸ਼ਨਰ ਵੱਲੋਂ 144 'ਚ ਆਰਡਰ ਇਸ਼ੂ ਹੋਣਗੇ। ਜਿੱਥੇ ਕਮਿਸ਼ਨਰੇਟ ਨੇ, ਉੱਥੇ ਕਮਿਸ਼ਨਰਸ ਦੇ ਵੱਲੋਂ 144 ਦੇ ਆਰਡਰ ਇਸ਼ੂ ਹੋਣਗੇ ਬਕਾਇਦਾ। ਸੋ ਇਹ ਇੱਕ ਹਦਾਇਤਾਂ ਸਰਕਾਰ ਵੱਲੋਂ ਦਿੱਤੀਆਂ ਗਈਆਂ। ਇਹਨਾਂ ਨੂੰ ਫਰਦਰ ਐਜ਼ ਪਰ ਰੂਲਸ 144 ਦੇ ਤਹਿਤ ਆਰਡਰ ਕਰਕੇ ਜਾਰੀ ਕਰਕੇ ਇਹਨਾਂ ਨੂੰ ਇੰਪਲੀਮੈਂਟ ਕੀਤਾ ਜਾਵੇ। 2019 ਚ ਹਾਈ ਕੋਰਟ ਨੇ ਵੀ ਇਦਾਂ ਦੀਆਂ ਡਾਇਰੈਕਟਿਵ ਦਿੱਤੀਆਂ ਸੀਗੀਆਂ ਤੇ ਉਹੀ ਹੁਣ ਇਹਨਾਂ ਨੂੰ ਉਸ ਚੀਜ਼ ਨੂੰ ਆਪਾਂ ਰੀਟਰੇਟ ਕੀਤਾ ਹੈ ਕਿ ਇੱਕ ਵਾਰੀ ਡਿਪਟੀ ਕਮਿਸ਼ਨਰਸ ਵੱਲੋਂ ਇੱਕ ਵਾਰੀ 144 ਦੇ ਆਰਡਰ ਹੋ ਜਾਣਗੇ। ਫਿਰ ਇਹਨਾਂ ਹਦਾਇਤਾਂ ਦੇ ਮੱਦੇਨਜ਼ਰ ਜਿਹੜੇ ਇਹੋ ਜਿਹੇ ਗਾਣੇ ਹੈਗੇ ਆ, ਉਹਦੇ ਉੱਤੇ ਜੋ ਦੇਖੋ ਲਾਅ ਦੇ ਮੁਤਾਬਕ ਕਾਰਵਾਈ ਹੋਣੀ ਹੈ। ਜਿਹੜੀਆਂ ਹਦਾਇਤਾਂ ਹੁੰਦੀਆਂ ਇੱਕ ਤਰ੍ਹਾਂ ਦੀਆਂ ਹੁੰਦਾ कि इस चीज के उत्ते अमल किया जाए। सो वो हम शुरू होएगा अमल करना फर्दर। सर, ये बात तो हो गई लाइसेंस जो हथियार है, जो गैर लाइसेंसी हथियार, जो अवैध हथियार, 2 लाख से ज्यादा जी 2 लाख से ज्यादा अवैध हथियार पंजाब में मौजूद है, उनको रोकने के लिए क्या किया? नहीं, ਉਹਦੇ ਵਾਸਤੇ ਜਿਹੜੇ ਆਪਾਂ ਸਰਪ੍ਰਾਈਜ਼ ਚੈਕਿੰਗ ਦੀ ਆਪਾਂ ਗੱਲ ਕੀਤੀ ਹੈ ਕਿ ਅਚਨਚੇਤ ਚੈਕਿੰਗ ਕੀਤੀ ਜਾਣ। ਉਹਦੇ ਵਿੱਚ ਅਚਨਚੇਤ ਚੈਕਿੰਗ 'ਚ ਕਈ ਤਰ੍ਹਾਂ ਦੀ ਚੈਕਿੰਗ ਆਉਂਦੀ ਹੈ, ਜਿੱਦਾਂ ਨਾਕਾਬੰਦੀ ਕਰਕੇ ਆਪਾਂ ਰੋਡ ਮੂਵਮੈਂਟ ਦੇ ਉੱਤੇ ਜਦੋਂ ਉਸ ਤੋਂ ਚੈਕਿੰਗ ਕਰਦੇ ਹਾਂ। ਫਿਰ ਸਪੈਸ਼ਲ ਕੈਂਪੇਨਸ, ਸਪੈਸ਼ਲ ਜਿਹੜੇ ਸਰਚ ਆਪਰੇਸ਼ਨਸ ਚਲਾਏ ਜਾਣ ਅਲੱਗ-ਅਲੱਗ ਏਰੀਆਜ਼ ਦੇ ਵਿੱਚ। ਔਰ ਇਹਦੇ ਵਿੱਚ ਜਿਹੜੀਆਂ ਸਾਡੀਆਂ ਸਪੈਸ਼ਲਾਈਜ਼ਡ ਏਜੰਸੀਜ਼ ਨੇ, ਜਿੱਦਾਂ ਇੰਟਰਨਲ ਸਿਕਿਉਰਿਟੀ ਆ, ਕਾਊਂਟਰ ਇੰਟੈਲੀਜੈਂਸ ਆ, ਉਹਨਾਂ ਦਾ ਵੀ ਬੜਾ ਵੱਡਾ ਯੋਗਦਾਨ ਆ। ਉਹ ਵੀ ਇਸ ਚੀਜ਼ ਦੇ ਉੱਤੇ ਲੱਗੇ ਹੋਏ ਆ, ਕਿਉਂਕਿ 2 ਪੱਖ ਆ ਗਏ ਨਾ। ਇੱਕ ਤਾਂ ਲਾਇਸੈਂਸਡ ਵੈਪਨ ਆ, ਲਾਇਸੈਂਸਡ ਵੈਪਨ ਦਾ ਮਿਸਯੂਜ਼ ਰੋਕਣ ਦੇ ਉੱਤੇ ਹਦਾਇਤਾਂ ਹੈ ਕਿ ਉਹਦਾ ਮਿਸਯੂਜ਼ ਨਾ ਕੀਤਾ ਜਾਵੇ। ਦੂਸਰਾ ਹੈਗਾ ਕਿ ਜਿਹੜੇ ਅਨਲਾਇਸੈਂਸਡ ਤੇ ਅਨਆਥੋਰਾਈਜ਼ਡ ਵੈਪਨਸ ਆ, ਉਹਦੇ ਉੱਤੇ ਤਾਂ ਆਲਰੇਡੀ ਲਾਅ ਹੈਗਾ ਹੀ ਆ, ਉਹਦੇ ਉੱਤੇ ਤਾਂ ਸਖਤੀ ਕੀਤੀ ਜਾ ਰਹੀ ਹੈ। ਅਜੇ ਵੀ ਜਿਹੜਾ ਸਾਈਬਰ ਸੈੱਲ ਹੈ ਕੀ ਕਰ ਰਿਹਾ, ਕਿਉਂਕਿ ਜਿਹੜੇ ਸੋਸ਼ਲ ਮੀਡੀਆ ਤੇ ਗੈਂਗਸਟਰ ਦੀ ਫੋਟੋ ਲਾ ਕੇ ਉਹਦੇ ਉੱਤੇ ਜਿਹੜਾ ਰਾਤੀ ਜੀ ਹੁਣ ਇਸੇ ਕਰਕੇ ਹਦਾਇਤਾਂ ਸਪੈਸੀਫਿਕ ਹਦਾਇਤਾਂ ਜਾਰੀ ਕੀਤੀਆਂ ਨੇ। ਹੁਣ ਉਸ ਤੇ ਵੀ ਕੰਮ ਕਰਨਾ ਸ਼ੁਰੂ ਕਰਾਂਗੇ ਅੱਗੇ ਫਰਦਰ, ਕਿਉਂਕਿ ਹੁਣ ਤੱਕ ਕੋਈ ਸਪੈਸੀਫਿਕ ਇਨਸਟਰਕਸ਼ਨ ਨਹੀਂ ਸੀਗੀਆਂ। ਹੁਣ ਇਹਦੇ ਬਾਰੇ 'ਚ ਸਪੈਸੀਫਿਕ ਹਦਾਇਤਾਂ ਦਿੱਤੀਆਂ। 144 ਦੇ ਆਰਡਰ ਦਾ ਇਹੀ ਹੁੰਦਾ ਹੈ ਕਿ ਉਹਨੂੰ ਇੱਕ ਮਾਨਤਾ ਮਿਲ ਜਾਂਦੀ ਹੈ ਕਿ ਵੀ ਜਿਹੜਾ ਵੀ ਬੰਦਾ ਉਹਦੀ ਵਾਇਲੇਸ਼ਨ ਕਰੇਗਾ, ਉਹਦੇ ਖਿਲਾਫ 188 ਦੇ ਤਹਿਤ ਵੀ ਕਾਰਵਾਈ ਕੀਤੀ ਜਾ ਸਕਦੀ ਹੈ। ਬਾਕੀ ਜਿਹੜਾ ਲਾਅ ਲਾਗੂ ਹੁੰਦਾ ਉਹਦੇ ਤੋਂ ਤਾਂ ਹੈ ਹੀ ਆ, ਜਿਹੜੇ ਐਕਟ ਜਿਹੜੇ ਸੈਕਸ਼ਨਸ ਲਾਗੂ ਹੁੰਦੇ ਆ ਉਹ ਤਾਂ ਹੈ ਹੀ ਆ। ਪਰ ਜੇ ਕੋਈ ਇਹਦੀ ਵਾਇਲੇਸ਼ਨ ਕਰੇਗਾ, ਨਾਲ 188 ਆਈਪੀਸੀ ਵੀ ਲੱਗਦੀ ਉਹਦੇ ਉੱਤੇ। ਸੋ ਕਈ ਜਗ੍ਹਾ ਦੇ ਉੱਤੇ ਐਜ਼ ਸੱਚ ਲਾਅ ਦੇ ਵਿੱਚ ਪ੍ਰੋਵੀਜ਼ਨ ਨਹੀਂ ਲੱਭਦੀ, ਪਰ ਜਦੋਂ ਸਪੈਸੀਫਿਕ ਹਦਾਇਤਾਂ ਡਿਪਟੀ ਕਮਿਸ਼ਨਰਸ ਵੱਲੋਂ ਔਰ ਕਮਿਸ਼ਨਰਸ ਵੱਲੋਂ ਜਾਰੀ ਹੋ ਜਾਣਗੀਆਂ,
ਉਸ ਦੇ ਉੱਤੇ ਇੱਕ ਸਪੈਸੀਫਿਕ ਸੈਕਸ਼ਨ ਵੀ ਰੋਕ ਹੋਣਾ ਸ਼ੁਰੂ ਹੋ ਜਾਏਗਾ ਇਹਦੇ ਉੱਤੇ। ਸਰ ਇਸ ਤੋਂ ਇਲਾਵਾ ਫਰੀਦਕੋਟ ਜਿਹੜਾ ਹੋਇਆ ਡੇਰਾ ਤੇ ਉਹਦੇ ਵਿੱਚ ਹੁਣ ਸਬ ਇੰਸਪੈਕਟਰ ਦੇ ਬੇਟੇ ਦਾ ਵੀ ਰੋਲ ਆ ਨਹੀਂ, ਉਹਦੇ ਵਿੱਚ ਰਾਠੀ ਜੀ ਪੁਲਿਸ ਬਹੁਤ ਸਾਰੇ ਲੋਕਾਂ ਨੂੰ ਬੁਲਾ ਰਹੀ ਆ, ਕਿਉਂਕਿ ਉਹਦੇ ਵਿੱਚ ਕਈ ਪਹਿਲੂ ਨੇ, ਕਈ ਥਾਵਾਂ ਤੋਂ ਉਹਨਾਂ ਨੂੰ ਲੌਜਿਸਟਿਕ ਸਪੋਰਟ ਮਿਲੀ, ਕਈ ਥਾਵਾਂ ਤੇ ਡਾਊਟ ਆ ਕਿ ਉਹਨਾਂ ਨੂੰ ਹਾਰਬਰ ਕਰਾਇਆ ਕਿਸੇ ਨੇ। ਸੋ ਅਜੇ ਕਿਸੇ ਦਾ ਸਪੈਸੀਫਿਕ ਰੋਲ ਬਾਰੇ ਨਹੀਂ ਕਿਹਾ ਜਾ ਸਕਦਾ, ਬਟ ਬਹੁਤ ਸਾਰੇ ਲੋਕਾਂ ਨੂੰ ਬੁਲਾ ਰਹੀ ਆ। ਹੋ ਸਕਦਾ ਉਹਦੇ ਵਿੱਚ ਕੋਈ ਸਬ ਇੰਸਪੈਕਟਰ ਦਾ ਬੇਟਾ ਵੀ ਹੋਵੇ ਜਿਹਨੂੰ ਪੁਲਿਸ ਬੁਲਾ ਰਹੀ ਵੈਰੀਫਾਈ ਕਰਨ ਵਾਸਤੇ। ਜੇ ਕਿਸੇ ਦੀ ਸ਼ਮੂਲੀਅਤ ਪਾਈ ਜਾਏਗੀ, ਉਹ ਕਿਹਦਾ ਮਰਜ਼ੀ ਬੇਟਾ ਹੋਵੇ, ਜਿਹੜਾ ਮਰਜ਼ੀ ਬੰਦਾ ਹੋਵੇ, ਉਹਦੇ ਖਿਲਾਫ ਜੋ ਲੀਗਲ ਕਾਰਵਾਈ ਉਹਦੇ ਵਿੱਚ ਹੋਏਗੀ। ਹੇਟ ਸਪੀਚ ਦੀ ਤੁਸੀਂ ਗੱਲ ਕੀਤੀ, ਕਿਉਂਕਿ ਹੇਟ ਸਪੀਚ ਪਹਿਲਾਂ ਕਰਕੇ ਤੇ ਕਾਫੀ ਲੋਕਾਂ ਨੇ ਗਨਮੈਨ ਵੀ ਲਿੱਤੇ ਹੋਏ ਸੀਗੇ, ਕਿ ਉਹ ਵਿਡਰਾਅ ਵੀ ਹੋ ਸਕੇ? ਨਹੀਂ, ਦੇਖੋ ਉਹ ਚੀਜ਼ ਜਿਹੜੀ ਸਿਕਿਉਰਿਟੀ ਇੱਕ ਅਲੱਗ ਪਾਰਟ ਹੈ। ਸਬ ਸਿਕਿਉਰਿਟੀ ਦੀ ਰਿਵਿਊ ਤਾਂ ਆਲਰੇਡੀ ਚੱਲ ਹੀ ਰਿਹਾ ਵਾ ਕਿ ਕਿਹਨਾਂ ਨੂੰ ਜ਼ਰੂਰਤ ਹੈ, ਕਿਹਨਾਂ ਨੂੰ ਨਹੀਂ ਜ਼ਰੂਰਤ। ਕਈ ਬੰਦੇ ਇਹੋ ਜਿਹੇ ਹੋਣਗੇ ਜਿਨ੍ਹਾਂ ਨੂੰ ਜ਼ਰੂਰਤ ਹੋਏਗੀ। ਸੋ ਜਿਹੜਾ ਕਾਨੂੰਨ ਦੀ ਵਾਇਓਲੇਸ਼ਨ ਕਰੇਗਾ ਉਹਦੇ ਖਿਲਾਫ ਜੋ ਕਾਰਵਾਈ ਬਣਦੀ ਹੈ ਉਹ ਤਾਂ ਹੋਏਗੀ। ਸਿਕਿਉਰਿਟੀ ਵਾਲਾ ਪਾਰਟ ਜਿਹੜਾ ਅਲੱਗ ਪਾਰਟ ਹੈ। ਸਿਕਿਉਰਿਟੀ ਹਰ ਇੱਕ ਦੀ ਇੰਸ਼ੋਰ ਕਰਨਾ ਸਟੇਟ ਗਵਰਨਮੈਂਟ ਦੀ, ਸਟੇਟ ਪੁਲਿਸ ਦੀ ਜ਼ਿੰਮੇਵਾਰੀ ਆ। ਸੋ ਬਟ ਜੇ ਕੋਈ ਹੇਟ ਸਪੀਚ ਦੇ ਵਿੱਚ ਇੰਡਲਜ ਹੋਏਗਾ ਉਹਦੇ ਖਿਲਾਫ ਜੋ ਲਾਅ ਦੇ ਮੁਤਾਬਕ ਕਾਰਵਾਈ ਕੀਤੀ ਜਾਏਗੀ। सर जो नया नोटिफिकेशन हुआ उसमें रोक लगा दी गई है नए लाइसेंस लेने पर, लेकिन जिनको सेट होगा तो उनके लिए ਨਹੀਂ ਉਹਦੇ ਵਿੱਚ ਰੋਕ ਨਹੀਂ ਲਗਾਈ ਜੀ। ਉਹਦੇ ਵਿੱਚ ਇਹ ਕਿਹਾ ਹੈ ਕਿ ਉਹਨੂੰ ਪ੍ਰੋਪਰ ਐਨਾਲਾਈਜ਼ ਕਰਕੇ ਦਿੱਤਾ ਜਾਵੇ। ਜਿੱਦਾਂ ਹੁਣ ਜਿਹੜੇ ਵੈਪਨ ਲਾਇਸੈਂਸ ਨੇ ਉਹ ਡਿਸਟ੍ਰਿਕਟਸ ਦੇ ਵਿੱਚ ਡੀਸੀ ਜਾਰੀ ਕਰਦੇ ਆ, ਡਿਪਟੀ ਕਮਿਸ਼ਨਰ ਸਾਹਿਬਾਨ ਜਾਰੀ ਕਰਦੇ ਆ, ਪੁਲਿਸ ਕਮਿਸ਼ਨਰੇਟ ਦੇ ਵਿੱਚ ਕਮਿਸ਼ਨਰ ਪੁਲਿਸ ਜਾਰੀ ਕਰਦੇ ਆ। ਸੋ ਉਹਦੇ ਵਿੱਚ ਅਦਰਵਾਈਜ਼ ਵੀ ਲਾਅ ਦੇ ਵਿੱਚ ਪ੍ਰੋਵੀਜ਼ਨ ਹੈਗੀ ਆ ਕਿ ਜਦੋਂ ਆਪਾਂ ਕਿਸੇ ਨੂੰ ਲਾਇਸੈਂਸ ਦੇਣਾ ਹੈ ਦੇयर ਸ਼ੁੱਡ ਬੀ ਗੁੱਡ ਰੀਜ਼ਨ ਫॉर ਗਿਵਿੰਗ ਅ ਲਾਇਸੈਂਸ। ਵੀ ਕੋਈ ਨਾ ਕੋਈ ਕਾਰਨ ਹੋਣਾ ਚਾਹੀਦਾ ਹੈ, ਜਿਹਨੂੰ ਆਪਾਂ ਪੰਜਾਬੀ 'ਚ ਕਹੀਏ ਕੋਈ ਰੀਜ਼ਨ ਹੋਣਾ ਚਾਹੀਦਾ ਉਹਦਾ। ਪੰਜਾਬੀ 'ਚ ਜੇ ਆਪਾਂ ਉਹਨੂੰ ਕਹੀਏ ਕਿ ਉਹ ਤੱਥਾਂ ਦੇ ਆਧਾਰਿਤ ਕਿਸੇ ਕਾਰਨ ਤੇ ਦਿੱਤਾ ਜਾਣਾ ਚਾਹੀਦਾ ਵਾ। ਸੋ ਉਹ ਜਿਹੜਾ ਆਪਾਂ ਗੁੱਡ ਰੀਜ਼ਨ ਦੀ ਗੱਲ ਕਰਦੇ ਉਹਨੂੰ ਪ੍ਰੋਪਰਲੀ ਅਸੈਸ ਕਰਕੇ ਦਿੱਤਾ ਜਾਵੇ। ਰੂਟੀਨ ਦੇ ਵਿੱਚ ਕੋਈ ਲਾਇਸੈਂਸ ਇਸ਼ੂ ਨਾ ਸਰ ਹੋਵੇ। ਇਹਦਾ ਮਤਲਬ ਜਿਹੜਾ ਬੇਵਜ੍ਹਾ ਜਿਹਦੇ ਕੋਲ ਸੀਗੇ ਉਹਨਾਂ ਨੂੰ ਐਨਾਲਾਈਜ਼ ਕੀਤਾ ਜਾ ਰਿਹਾ ਹੈ। ਦੇਖੋ ਜਿਹੜਾ ਸਸਪੈਂਸ਼ਨ ਜਾਂ ਰੈਵੋਕੇਸ਼ਨ ਦਾ ਪ੍ਰੋਸੀਜਰ ਇੱਕ ਅਲੱਗ ਪ੍ਰੋਸੀਜਰ ਆ। ਉਹਦੇ ਵਿੱਚ ਕਈ ਤਰ੍ਹਾਂ ਦੀਆਂ ਕੰਡੀਸ਼ਨਸ ਨੇ। ਉਹਦੇ ਵਿੱਚ ਮੈਂ ਤੁਹਾਨੂੰ ਇੱਕ ਮਸਲਨ ਤੌਰ ਤੇ ਮਤਲਬ ਐਗਜ਼ਾਮਪਲ ਤੌਰ ਤੇ ਦੱਸ ਦਿੰਦਾ, ਜਿੱਦਾਂ ਕਿਸੇ ਨੂੰ ਕਿਸੇ ਕੇਸ ਦੇ ਵਿੱਚ ਕਨਵਿਕਸ਼ਨ ਹੋਈ ਹੋਵੇ ਜਿਹਦੇ ਵਿੱਚ ਵਾਇਲੈਂਸ ਇਨਵੋਲਡ ਹੋਵੇ ਜਾਂ ਕੋਈ ਮੋਰਲ ਟਰਪਟੀਟਿਊਡ ਇਨਵੋਲਡ ਹੋਵੇ, ਜਾਂ ਕਿਸੇ ਤੋਂ ਬੌਂਡ ਭਰਾਇਆ ਗਿਆ ਹੋਵੇ ਮੇਨਟੇਨੈਂਸ ਆਫ ਪੀਸ ਦਾ, ਜਿਹਨੂੰ ਆਪਾਂ 751 ਦੀ ਗੱਲ ਕਰਦੇ, ਜਿੱਦਾਂ ਆਪਾਂ ਨਾਰਮਲ ਲੇਮੈਨ 751 ਦੀ ਗੱਲ ਕਰਦੇ ਕਿ 10751 ਦੇ ਵਿੱਚ ਜੇ ਕਿਸੇ ਤੋਂ ਬੌਂਡ ਭਰਾਇਆ ਗਿਆ ਹੋਵੇ। ਇਸ ਤੋਂ ਇਲਾਵਾ ਹੋਰ ਵੀ ਕਈ ਰੀਜ਼ਨ ਹੁੰਦੇ ਆ, ਕੋਈ ਅਨਫਿਟ ਹੋਵੇ, ਕਿਸੇ ਕੋਈ ਅਨਸਾਊਂਡ ਮਾਈਂਡ ਦਾ ਹੋਵੇ। ਸੋ ਜਿਹੜੇ ਜਿੱਦਾਂ ਆਪਾਂ ਐਨਾਲਾਈਜ਼ ਕਰਦੇ ਹਾਂ ਹੁਣ ਕਿ 3 ਮਹੀਨਿਆਂ ਦਾ ਅਸੈਸ ਕੀਤਾ ਜਾਵੇ, ਉਹਦੇ 'ਚ ਇਹ ਚੈੱਕ ਕੀਤਾ ਜਾਵੇ ਕਿ ਕਿਹੜੇ ਬੰਦੇ ਆ ਹੂ ਆਰ ਅਨਫਿਟ ਟੂ ਰਿਟੇਨ ਐਨ ਆਰਮ ਲਾਇਸੈਂਸ। ਉਹਨਾਂ ਨੂੰ ਐਗਜ਼ਾਮਿਨ ਕਰਕੇ ਉਹਨਾਂ ਦੇ ਲਾਇਸੈਂਸ ਜਿਹੜੇ ਨੇ ਉਹ ਸਸਪੈਂਡ ਜਾਂ ਰਿਵੋਕ ਕੀਤੇ ਜਾਣ। ਫਰੈਸ਼ ਲਾਇਸੈਂਸ ਜਿਹੜੇ ਇਸ਼ੂ ਕਰਨੇ ਆਪਾਂ, ਉਹਦੇ ਵਿੱਚ ਕੋਈ ਬਹੁਤ ਮਹੱਤਵਪੂਰਨ ਕਾਰਨ ਹੋਵੇ, ਉਹਦਾ ਰੂਟੀਨ ਦੇ ਵਿੱਚ ਜਾਰੀ ਨਾ ਹੋਣ ਲਾਇਸੈਂਸ। ਸੋ ਇਹ ਇੰਸਟਰਕਸ਼ਨਸ ਇਸ ਲਈ ਆ, ਜਿੱਦਾਂ ਹੁਣ ਕਈ ਜ਼ਿਲ੍ਹਿਆਂ ਦੇ ਵਿੱਚ ਕਈ ਵਾਰੀ ਪਾਵਰਸ ਡੈਲੀਗੇਟਡ ਹੁੰਦੀਆਂ ਹੈ। ਕੋਈ ਡਿਪਟੀ ਕਮਿਸ਼ਨਰ ਸਾਹਿਬਾਨ ਵੱਲੋਂ ਏਡੀਸੀ ਨੂੰ ਡੈਲੀਗੇਟਡ ਆ, ਕੋਈ ਕਮਿਸ਼ਨਰ ਸਾਹਿਬਾਨ ਵੱਲੋਂ ਡੀਸੀਪੀਜ਼ ਨੂੰ ਡੈਲੀਗੇਟਡ ਆ। ਇਹ ਹਦਾਇਤਾਂ ਦਾ ਇਹ ਹੈ ਕਿ ਉਹ ਆਪਣੇ ਲੈਵਲ ਤੇ ਡਿਪਟੀ ਕਮਿਸ਼ਨਰ ਪੁਲਿਸ ਆਪ ਅਸੈਸ ਕਰਨ ਇੱਕ ਵਾਰੀ, ਫਿਰ ਹੀ ਵੈਪਨ ਲਾਇਸੈਂਸ ਜਿਹੜੇ ਨੇ ਉਹ ਲਾਗੂ ਕੀਤੇ ਜਾਣ।